ਮੈਂ ਬਹੁਤ ਬਿਮਾਰ ਹੋ ਗਿਆ ਤਾਂ ਮੇਰੀ ਪਤਨੀ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ। ਮੇਰੀ ਦਵਾਈ ਤੋਂ ਲੈ ਕੇ ਘਰ ਦਾ ਪੂਰਾ ਖਰਚਾ ਖੁਦ ਚਲਾਉਣ ਲੱਗੀ। ਜਦੋਂ ਮੈਂ ਉਸ ਤੋਂ ਪੁੱਛਦਾ ਕਿ ਇੰਨੇ ਸਾਰੇ ਪੈਸੇ ਤੇਰੇ ਕੋਲ ਕਿੱਥੋਂ ਆਉਂਦੇ ਆ, ਤਾਂ ਉਹ ਗੱਲ ਨੂੰ ਟਾਲ ਦਿੰਦੀ ਤੇ ਮੇਰੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੰਦੀ। ਪਰ ਇੱਕ ਦਿਨ ਜਦੋਂ ਮੈਂ ਉਸ ਦਾ ਪਿੱਛਾ ਕੀਤਾ ਤਾਂ ਜੋ ਮੰਜ਼ਰ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤਾਂ ਮੇਰੇ ਜਿਸਮ ਵਿੱਚੋਂ ਜਾਨ ਨਿਕਲ ਗਈ, ਕਿਉਂਕਿ ਆਖਿਰ ਮੇਰੀ ਪਤਨੀ ਅਜਿਹੀ ਕਿਹੜੀ ਨੌਕਰੀ ਕਰਦੀ ਸੀ ਜਿਸ ਨੂੰ ਥੋੜ੍ਹੇ ਜਿਹੇ ਕੰਮ ਵਿੱਚੋਂ ਹੀ ਬਹੁਤ ਸਾਰੇ ਪੈਸੇ ਮਿਲਦੇ ਸੀ ਤੇ ਸਾਡੀ ਗਰੀਬੀ ਦੂਰ ਹੋ ਗਈ ਸੀ। ਮੈਂ ਆਪਣੀ ਪਤਨੀ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਪਰ ਹਰ ਰੋਜ਼ ਇਹ ਸਿਲਸਿਲਾ ਦੇਖਦੇ ਮੈਨੂੰ ਹੁਣ ਆਰਤੀ 'ਤੇ ਸ਼ੱਕ ਹੋਣ ਲੱਗਿਆ। ਕਿਤੇ ਉਹ ਪੈਸੇ ਦੀ ਖਾਤਰ ਆਪਣੀ ਇੱਜ਼ਤ ਤਾਂ ਨਹੀਂ, ਇਸ ਦੇ ਅੱਗੇ ਸੋਚਣ ਦੀ ਮੇਰੇ ਵਿੱਚ ਹਿੰਮਤ ਨਹੀਂ ਬਚੀ ਸੀ। ਮੈਨੂੰ ਪਹਿਲੀ ਵਾਰ ਬੇਬਸੀ ਮਹਿਸੂਸ ਹੋਈ। ਮੈਨੂੰ ਆਪਣੀ ਇਸ ਬਿਮਾਰੀ 'ਤੇ ਗੁੱਸਾ ਆਉਣ ਲੱਗਿਆ। ਕਾਸ਼ ਇਹ ਬਿਮਾਰੀ ਮੈਨੂੰ ਨਾ ਲੱਗਦੀ ਤਾਂ ਹਾਲਾਤ ਕੁਝ ਹੋਰ ਹੋਣੇ ਸੀ। ਮੇਰੀ ਪਤਨੀ ਬਹੁਤ ਖੂਬਸੂਰਤ ਸੀ। ਮੇਰੀ ਗਰੀਬੀ ਅਤੇ 2 ਬੱਚਿਆਂ ਦੀ ਪੈਦਾਇਸ਼ ਨੇ ਵੀ ਉਸ ਦੀ ਖੂਬਸੂਰਤੀ 'ਤੇ ਕੋਈ ਆਂਚ ਨਹੀਂ ਆਉਣ ਦਿੱਤੀ। ਉਸ ਦੀ ਖੂਬਸੂਰਤੀ ਦਾ ਰਾਜ ਸ਼ਾਇਦ ਮੇਰੀ ਮੁਹੱਬਤ ਸੀ। ਅਸੀਂ ਗਰੀਬ ਆਪਣੀਆਂ ਪਤਨੀਆਂ ਨੂੰ ਬਸ ਵਫਾ ਅਤੇ ਮੁਹੱਬਤ ਹੀ ਦੇ ਸਕਦੇ ਹਾਂ, ਜਿਸ ਨਾਲ ਸਾਡੀਆਂ ਪਤਨੀਆਂ ਸਾਡੇ ਨਾਲ ਹਰ ਹਾਲ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀਆਂ। ਹੁਣ ਤੱਕ ਅਸੀਂ ਆਪਣੀ ਗਰੀਬੀ ਦੇ ਬਾਵਜੂਦ ਵੀ ਖੁਸ਼ ਸੀ, ਪਰ ਮੇਰੀ ਬਿਮਾਰੀ ਨੇ ਸਭ ਕੁਝ ਖਤਮ ਕਰਕੇ ਰੱਖ ਦਿੱਤਾ। ਮੇਰੀ ਬਿਮਾਰੀ ਦੇ ਬਾਅਦ ਮੇਰੀ ਪਤਨੀ ਸ਼ਾਇਦ ਲੋਕਾਂ ਦੇ ਘਰ ਕੰਮ ਕਰਨ ਲੱਗੀ ਸੀ। ਜਦੋਂ ਤੱਕ ਉਹ ਘਰ ਤੋਂ ਬਾਹਰ ਰਹਿੰਦੀ ਤਾਂ ਮੇਰੀ ਜਾਨ ਸੂਲੀ 'ਤੇ ਲਟਕੀ ਰਹਿੰਦੀ, ਕਿਉਂਕਿ ਜਦੋਂ ਮੈਂ ਕਮਾਉਂਦਾ ਸੀ ਤਾਂ ਉਹ ਘੱਟ ਤੋਂ ਘੱਟ ਮੇਰੇ ਘਰ ਦੀ 4 ਦੀਵਾਰੀ ਵਿੱਚ ਸੁਰੱਖਿਅਤ ਸੀ। ਉਸ ਦੀ ਹਾਲਤ ਦੇਖ ਕੇ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲਦਾ ਸੀ, ਮੈਂ ਹੀ ਜਾਣਦਾ ਸੀ। ਮੈਨੂੰ ਆਰਤੀ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਲੱਗ ਰਹੀ ਸੀ। ਰਾਤ ਨੂੰ ਉਹ ਬੱਚਿਆਂ ਦੇ ਨਾਲ ਮੰਜੇ 'ਤੇ ਸੁੱਤੀ, ਪਰ ਸਵੇਰੇ ਹੀ ਵਕਤ 'ਤੇ ਉੱਠ ਪਈ। ਉਸ ਨੂੰ ਬਹੁਤ ਤੇਜ਼ ਬੁਖਾਰ ਸੀ। ਸ਼ਾਇਦ ਉਹ ਰੋਜ਼-ਰੋਜ਼ ਦੇ ਕੰਮਕਾਜ ਨਾਲ ਥੱਕ ਗਈ ਸੀ। ਮੈਂ ਘਰ ਦੇ ਛੋਟੇ-ਮੋਟੇ ਕੰਮ ਕਰ ਦਿੰਦਾ ਸੀ। ਮੈਂ ਆਰਤੀ ਲਈ ਚਾਹ ਬਣਾ ਕੇ ਲੈ ਆਇਆ ਤਾਂ ਦਰਵਾਜ਼ੇ 'ਤੇ ਕਿਸੇ ਨੇ ਆਵਾਜ਼ ਮਾਰੀ। ਇਸ ਲਈ ਮੇਰੇ ਬੇਟੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਹੱਟਾ-ਕੱਟਾ ਆਦਮੀ ਬਾਹਰ ਖੜ੍ਹਾ ਸੀ। ਉਸ ਆਦਮੀ ਨੂੰ ਦੇਖ ਕੇ ਬੜਾ ਅਜੀਬ ਮਹਿਸੂਸ ਹੋਇਆ। ਉਹ ਮੂੰਹ ਵਿੱਚੋਂ ਪਾਨ ਖਾ ਕੇ ਬੜੇ ਅਜੀਬ ਅੰਦਾਜ਼ ਨਾਲ ਘਰ ਦੇ ਅੰਦਰ ਆ ਗਿਆ। ਉਸ ਨੂੰ ਦੇਖ ਕੇ ਮੇਰੀ ਪਤਨੀ ਦੇ ਚਿਹਰੇ ਦੀ ਰੰਗਤ ਉੱਡ ਗਈ। ਉਸ ਆਦਮੀ ਨੇ ਮੈਨੂੰ ਦੇਖ ਕੇ ਆਰਤੀ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ, ਅੱਜ ਕੰਮ 'ਤੇ ਨਹੀਂ ਆਈ ਤੂੰ? ਇਹ ਕਹਿੰਦੇ ਹੋਏ ਉਸ ਆਦਮੀ ਨੇ ਆਪਣੀ ਜੇਬ ਵਿੱਚੋਂ 2000 ਦੇ ਨੋਟ ਕੱਢੇ ਤੇ ਆਰਤੀ ਦੇ ਹੱਥ 'ਤੇ ਰੱਖ ਦਿੱਤੇ। ਉਸ ਨੂੰ ਦੇਖ ਕੇ ਮੇਰੀ ਪਤਨੀ ਡਰੀ ਹੋਈ ਸੀ। ਆਰਤੀ ਕਹਿਣ ਲੱਗੀ, ਮਾਲਕਿਨ ਨੂੰ ਕਹਿਣਾ ਮੈਨੂੰ ਬੁਖਾਰ ਆ, ਮੈਂ 2 ਦਿਨਾਂ ਤੱਕ ਕੰਮ ਤੇ ਨਹੀਂ ਆ ਸਕਦੀ। ਉਸ ਆਦਮੀ ਨੇ ਕਿਹਾ, ਮਾਲਕਿਨ ਦਾ ਤੇਰੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਇਹ ਤੂੰ ਚੰਗੀ ਤਰ੍ਹਾਂ ਜਾਣਦੀ ਆ। ਤੂੰ ਨਹੀਂ ਆਈ ਤਾਂ ਉਸਨੇ ਮੈਨੂੰ ਭੇਜ ਦਿੱਤਾ। ਪਤਾ ਨਹੀਂ ਕਿਉਂ ਮੈਨੂੰ ਉਸ ਆਦਮੀ ਦੀਆਂ ਨਜ਼ਰਾਂ ਬੁਰੀਆਂ ਲੱਗ ਰਹੀਆਂ ਸੀ। ਆਰਤੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖ ਰਿਹਾ ਸੀ। ਉਸ ਆਦਮੀ ਨੇ ਕਿਹਾ, ਦਵਾਈ ਲੈ ਲਾ ਅਤੇ ਜਲਦੀ ਠੀਕ ਹੋ ਜਾ। ਮੈਨੂੰ ਪਤਾ ਮਾਲਕਿਨ ਦਾ ਤੇਰੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਵੈਸੇ ਮਾਲਕਿਨ ਦੇ ਕੋਲ ਕੁੜੀਆਂ ਦੀ ਕੋਈ ਕਮੀ ਨਹੀਂ, ਖਾਹ-ਮਖਾਹ ਤੇਰੀ ਨੌਕਰੀ ਛੱਡੀ ਜਾਊਗੀ। ਇਹ ਗੱਲਾਂ ਕਰਦੇ ਹੋਏ ਉਸ ਆਦਮੀ ਦੀ ਨਿਗਾਹ ਆਰਤੀ ਉੱਤੇ ਟਿਕੀ ਹੋਈ ਸੀ। ਆਰਤੀ ਆਪਣੇ ਚਿਹਰੇ 'ਤੇ ਆ ਰਿਹਾ ਪਸੀਨਾ ਵਾਰ-ਵਾਰ ਪੂੰਝ ਰਹੀ ਸੀ। ਪਸੀਨਾ ਪੂੰਝਦੀ ਹੋਈ ਬੋਲੀ, ਮਾਲਕਿਨ ਨੂੰ ਕਹਿਣਾ ਕੱਲ੍ਹ ਜ਼ਰੂਰ ਆ ਜਾਊਂਗੀ ਤੇ ਅੱਗੇ ਤੋਂ ਛੁੱਟੀ ਨਹੀਂ ਕਰੂੰਗੀ। ਆਰਤੀ ਦੀ ਜ਼ੁਬਾਨ 'ਤੇ ਬੇਬਸੀ ਸੀ। ਉਹ ਆਦਮੀ ਉੱਥੋਂ ਚਲਿਆ ਗਿਆ। ਉਸ ਆਦਮੀ ਦੀਆਂ ਨਜ਼ਰਾਂ 'ਤੇ ਆਰਤੀ ਦੀ ਬੇਵਸੀ ਮੈਨੂੰ ਕੁਝ ਹੋਰ ਹੀ ਇਸ਼ਾਰਾ ਕਰ ਰਹੀ ਸੀ। ਮੇਰਾ ਨਾਮ ਮੁਕੇਸ਼ ਹੈ। ਮੈਂ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਬਸਰ ਕਰ ਰਿਹਾ ਸੀ। ਅਚਾਨਕ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਿਆ। ਸਿਹਤ ਖਰਾਬ ਹੋਣ ਦੀ ਵਜ੍ਹਾ ਨਾਲ ਮੈਂ ਡਾਕਟਰ ਦੇ ਕੋਲ ਚਲਿਆ ਗਿਆ। ਡਾਕਟਰ ਨੇ ਜੋ ਖਬਰ ਸੁਣਾਈ ਤਾਂ ਮੈਂ ਟੁੱਟ ਕੇ ਚਕਨਾਚੂਰ ਹੋ ਗਿਆ। ਘਰ ਆ ਕੇ ਮੇਰੀ ਪਤਨੀ ਨੇ ਪੁੱਛਿਆ ਤਾਂ ਮੈਂ ਉਸ ਨੂੰ ਕਿਹਾ, ਮੇਰੇ ਕੋਲ ਦਵਾਈ ਲਈ ਪੈਸੇ ਨਹੀਂ ਸੀ, ਇਸ ਕਰਕੇ ਡਾਕਟਰ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ। ਮੇਰੀ ਗੱਲ ਸੁਣ ਕੇ ਮੇਰੀ ਪਤਨੀ ਚੁੱਪ ਹੋ ਗਈ ਤੇ ਉਸ ਦੇ ਚਿਹਰੇ 'ਤੇ ਅਜੀਬ ਜਿਹੀ ਘਬਰਾਹਟ ਸੀ, ਕਿਉਂਕਿ ਸਾਡੇ ਵਰਗੇ ਗਰੀਬ ਲੋਕ
ਆਰਾਮ ਕਰਨ ਅਤੇ ਮਹਿੰਗੀਆਂ ਦਵਾਈਆਂ ਖਰੀਦਣ ਦੀ ਸਹੂਲਤਾਂ ਕਿੱਥੇ ਰੱਖਦੇ ਆ। ਇੱਥੇ ਤਾਂ ਦਾਲ ਰੋਟੀ ਨਾਲ ਗੁਜ਼ਾਰਾ ਹੋ ਜਾਵੇ ਉਹੀ ਬਹੁਤ ਜ਼ਿਆਦਾ ਹੁੰਦਾ। ਮੈਂ ਬਿਲਕੁਲ ਟੁੱਟ ਚੁੱਕਿਆ ਸੀ, ਪਰ ਮੇਰੀ ਪਤਨੀ ਨੇ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, ਤੂੰ ਫਿਕਰ ਨਾ ਕਰ, ਮੈਂ ਇਸ ਜਾਨਲੇਵਾ ਬਿਮਾਰੀ ਤੋਂ ਤੇਰਾ ਛੁਟਕਾਰਾ ਪਾ ਕੇ ਹੀ ਰਹਾਂਗੀ। ਉਸ ਦੀ ਗੱਲ ਸੁਣ ਕੇ ਮੈਂ ਲੰਬਾ ਸਾਹ ਲਿਆ। ਮੇਰੀ ਪਤਨੀ ਨੇ ਕਿਹਾ, ਜੇ ਤੁਸੀਂ ਇਜਾਜ਼ਤ ਦੇਵੋ ਤਾਂ ਮੈਂ ਨੌਕਰੀ ਲੱਭ ਸਕਾਂ। ਜਦੋਂ ਤੁਸੀਂ ਠੀਕ ਹੋ ਗਏ ਤਾਂ ਮੈਂ ਨੌਕਰੀ ਛੱਡ ਦਿਉਂਗੀ। ਇਸ ਤਰ੍ਹਾਂ ਤਾਂ ਆਪਣੇ ਘਰ ਦੇ ਵਿੱਚ ਰੋਟੀ ਨਹੀਂ ਪੱਕਣੀ। ਆਪਣੇ ਲਈ ਨਾ ਸਹੀ, ਆਪਣੇ ਬੱਚਿਆਂ ਦੀ ਖਾਤਰ ਮੈਨੂੰ ਨੌਕਰੀ ਕਰਨ ਦੀ ਇਜਾਜ਼ਤ ਦੇ ਦਿਓ। ਮੇਰਾ ਦਿਲ ਤਾਂ ਨਹੀਂ ਚਾਹੁੰਦਾ ਸੀ, ਪਰ ਮੈਂ ਆਪਣੀ ਪਤਨੀ ਨੂੰ ਨੌਕਰੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਗਲੇ ਦਿਨ ਸਵੇਰੇ ਸਵੇਰੇ ਮੇਰੀ ਪਤਨੀ ਘਰ ਤੋਂ ਨਿਕਲ ਗਈ ਤੇ ਮੈਂ ਉਸ ਨੂੰ ਵਧੀਆ ਨੌਕਰੀ ਮਿਲਣ ਦੀ ਦੁਆ ਕਰਨ ਲੱਗਿਆ। ਸਵੇਰੇ 9 ਵਜੇ ਘਰੋਂ ਤੋਂ ਨਿਕਲ ਕੇ 12 ਵਜੇ ਘਰ ਆ ਗਈ। ਇੰਨੀ ਜਲਦੀ ਘਰ ਆਉਂਦਾ ਦੇਖ ਕੇ ਮੈਂ ਸੋਚਿਆ ਸ਼ਾਇਦ ਉਸ ਨੂੰ ਨੌਕਰੀ ਨਹੀਂ ਮਿਲੀ ਹੋਵੇਗੀ, ਇਸ ਲਈ ਇੰਨੀ ਜਲਦੀ ਘਰ ਆ ਗਈ। ਪਰ ਜਦੋਂ ਮੈਂ ਉਸ ਦੇ ਵੱਲ ਦੇਖਿਆ ਤਾਂ ਉਹ ਕਾਫੀ ਖੁਸ਼ ਲੱਗ ਰਹੀ ਸੀ ਅਤੇ ਉਸ ਦੇ ਹੱਥ ਵਿੱਚ ਮੇਰੀਆਂ ਦਵਾਈਆਂ ਅਤੇ ਖਾਣ ਪੀਣ ਦੀਆਂ ਕਾਫੀ ਸਾਰੀਆਂ ਚੀਜ਼ਾਂ ਸੀ। ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ। ਘਰ ਵਿੱਚ ਤਾਂ ਇੰਨੇ ਪੈਸੇ ਨਹੀਂ ਸੀ, ਫਿਰ ਮੇਰੀ ਪਤਨੀ ਇੰਨਾ ਸਮਾਨ ਕਿੱਥੋਂ ਲੈ ਕੇ ਆਈ। ਉਹ ਮੇਰੇ ਕੋਲ ਆਈ ਤੇ ਮੈਂ ਮੁਸਕਰਾ ਕੇ ਕਹਿਣ ਲੱਗੀ, ਮੈਨੂੰ ਵਧੀਆ ਨੌਕਰੀ ਮਿਲ ਗਈ, ਹੁਣ ਤੇਰੇ ਇਲਾਜ ਵਿੱਚ ਕੋਈ ਕਮੀ ਨਹੀਂ ਰਹੇਗੀ, ਤੁਸੀਂ ਥੋੜ੍ਹੇ ਜਿਹੇ ਦਿਨਾਂ ਵਿੱਚ ਠੀਕ ਹੋ ਜਾਓਗੇ। ਉਸ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ। ਅਗਲੇ ਦਿਨ ਆਰਤੀ ਘਰ ਦਾ ਸਾਰਾ ਕੰਮ ਨਿਪਟਾ ਕੇ ਆਪਣੇ ਕੰਮ ਤੇ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਆਰਤੀ ਤੋਂ ਪੁੱਛਿਆ ਹੀ ਨਹੀਂ ਉਸ ਨੂੰ ਕਿਹੜੀ ਨੌਕਰੀ ਮਿਲੀ ਆ, ਕਿਉਂਕਿ ਉਹ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ। ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਘਰ ਵਿੱਚ ਕੋਈ ਨੌਕਰੀ ਮਿਲ ਗਈ ਹੋਵੇਗੀ। ਮੈਂ ਘਰ ਵਿੱਚ ਸਾਰਾ ਦਿਨ ਪਿਆ ਬਸ ਇਹੀ ਸੋਚਦਾ ਰਿਹਾ। ਆਰਤੀ ਨੂੰ ਗਏ ਹੋਏ 3 ਘੰਟੇ ਹੀ ਹੋਏ ਸੀ ਕਿ ਉਹ ਵਾਪਸ ਘਰ ਆ ਗਈ। ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਤੇ ਪੁੱਛਿਆ, ਤੂੰ ਇੰਨੀ ਜਲਦੀ ਕਿਵੇਂ ਘਰ ਵਾਪਸ ਆ ਗਈ। ਮੇਰੇ ਸਵਾਲ ਤੇ ਉਹ ਹਲਕੀ ਜਿਹੀ ਮੁਸਕਰਾਈ ਤੇ ਬੋਲੀ, ਮੇਰੀ ਨੌਕਰੀ ਬਸ ਇੰਨੇ ਹੀ ਟਾਈਮ ਦੀ ਹੁੰਦੀ ਆ। ਮੈਂ ਹੈਰਾਨ ਰਹਿ ਗਿਆ ਕਿ ਅਜਿਹਾ ਕੰਮ ਕਿਹੜਾ ਜੋ 3 ਘੰਟੇ ਵਿੱਚ ਹੀ ਪੂਰਾ ਕਰ ਦਿੰਦੀ। ਉਹ ਅੱਜ ਮੇਰੇ ਲਈ ਫਲ ਲੈ ਕੇ ਆਈ। ਇਸ ਵੱਧਦੀ ਮਹਿੰਗਾਈ ਵਿੱਚ ਕਿੱਥੇ ਅਸੀਂ ਦਾਲ ਰੋਟੀ ਨਾਲ ਗੁਜ਼ਾਰਾ ਕਰਦੇ ਸੀ, ਪਰ ਹੁਣ ਸਾਡੇ ਘਰ ਵਿੱਚ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਸੀ। ਮੈਨੂੰ ਆਰਤੀ ਤੇ ਸ਼ੱਕ ਹੋਣ ਲੱਗਿਆ, ਪਰ ਮੈਂ ਚਾਹ ਕੇ ਵੀ ਉਸ ਤੋਂ ਕੁਝ ਨਹੀਂ ਪੁੱਛ ਸਕਦਾ ਸੀ, ਕਿਉਂਕਿ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੈਨੂੰ ਕੁਝ ਨਹੀਂ ਦੱਸਣਾ ਚਾਹੁੰਦੀ। ਹੌਲੀ ਹੌਲੀ ਕਰਕੇ ਮੇਰੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ, ਪਰ ਮੇਰੇ ਅੰਦਰ ਕਈ ਦਿਨਾਂ ਤੋਂ ਬੇਚੈਨੀ ਸੀ ਕਿ ਇੰਨੇ ਪੜ੍ਹੇ ਲਿਖੇ ਲੋਕ ਵੀ 4 ਘੰਟਿਆਂ ਵਿੱਚ ਇੰਨੇ ਪੈਸੇ ਨਹੀਂ ਕਮਾਉਂਦੇ ਜਿੰਨੇ ਪੈਸੇ ਆਰਤੀ ਇੱਕ ਦਿਨ ਵਿੱਚ ਕਮਾ ਰਹੀ ਸੀ। ਇਹ ਸੋਚ ਕੇ ਮੇਰਾ ਦਿਲ ਬੇਚੈਨ ਨਾ ਹੁੰਦਾ ਤਾਂ ਕੀ ਹੁੰਦਾ ਕਿ ਅੱਜ ਜਦੋਂ ਘਰ ਆਈ ਤਾਂ ਮੈਂ ਉਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ। ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ। ਮੈਂ ਉਸ ਤੋਂ ਹਿੰਮਤ ਜੁਟਾ ਕੇ ਪੁੱਛਿਆ ਕਿ ਤੂੰ ਕਿਹੜੀ ਨੌਕਰੀ ਕਰਦੀ ਆ। ਮੇਰੇ ਸਵਾਲ ਤੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਮੇਰੇ ਹੱਥਾਂ ਵਿੱਚੋਂ ਹੱਥ ਛੁਡਾ ਕੇ ਜਾਣ ਲੱਗੀ ਤਾਂ ਮੈਂ ਉਸ ਦਾ ਹੱਥ ਕੱਸ ਕੇ ਫੜ ਲਿਆ। ਤੂੰ ਮੈਨੂੰ ਦੱਸ ਕਿਉਂ ਨਹੀਂ ਰਹੀ, ਕਿੱਥੇ ਕੰਮ ਕਰਦੀ ਆ। ਉਹ ਮੇਰੇ ਸਾਹਮਣੇ ਸਿਰ ਝੁਕਾ ਕੇ ਖੜ ਗਈ ਤੇ ਕਹਿਣ ਲੱਗੀ, ਮੈਂ ਅਮੀਰ ਔਰਤ ਦੇ ਘਰ ਸਾਫ਼ ਸਫਾਈ ਦਾ ਕੰਮ ਕਰਦੀ ਆ। ਜਦੋਂ ਇਹ ਕਹਿ ਕੇ ਉਹ ਉੱਚੀ ਉੱਚੀ ਰੋਣ ਲੱਗ ਗਈ। ਮੈਂ ਉਸ ਨੂੰ ਚੁੱਪ ਕਰਾਇਆ। ਆਰਤੀ ਕਹਿਣ ਲੱਗੀ ਕਿ ਮੁਕੇਸ਼, ਮੇਰੇ ਲਈ ਤੂੰ ਤੇ ਆਪਣੇ ਬੱਚਿਆਂ ਤੋਂ ਵੱਧ ਕੇ ਕੁਝ ਨਹੀਂ। ਮੈਂ ਜੋ ਕੁਝ ਵੀ ਕਰ ਰਹੀ ਆ ਤੇਰੀ ਜਾਨ ਬਚਾਉਣ ਦੀ ਖਾਤਰ ਹੀ ਕਰ ਰਹੀ ਆ, ਜਿਸ ਨਾਲ ਆਪਾਂ ਤੇ ਆਪਣੇ ਬੱਚੇ ਚੰਗੀ ਜ਼ਿੰਦਗੀ ਗੁਜ਼ਾਰ ਸਕੀਏ। ਪਤਾ ਨਹੀਂ ਕਿਉਂ ਆਰਤੀ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਸੱਚਾਈ ਨਹੀਂ ਲੱਗ ਰਹੀ ਸੀ। ਮੈਂ ਸੋਚਿਆ ਕਿ ਇਸ ਸਭ ਦਾ ਮੈਂ ਪਤਾ ਲਗਾ ਕੇ ਹੀ ਰਹੂੰਗਾ। ਆਖਿਰ ਆਰਤੀ ਅਜਿਹਾ ਕਿਹੜਾ ਕੰਮ ਕਰਦੀ ਆ ਜੋ ਘੰਟਿਆਂ ਵਿੱਚ ਹੀ ਇੰਨੇ ਪੈਸੇ ਕਮਾ ਲੈਂਦੀ ਆ। ਸਵੇਰ ਹੋਈ ਤੇ ਜਦੋਂ ਆਰਤੀ ਕੰਮ ਤੇ ਗਈ ਤਾਂ ਮੈਂ ਉਸ ਦੇ ਪਿੱਛੇ ਪਿੱਛੇ ਗਿਆ। ਮੈਂ ਹੈਰਾਨ ਰਹਿ ਗਿਆ ਜਦੋਂ ਆਰਤੀ ਕਿਸੇ ਮਾਲਕਿਨ ਦੇ ਘਰ ਜਾਣ ਦੀ ਬਜਾਏ ਇੱਕ ਹਸਪਤਾਲ ਵਿੱਚ ਚਲੀ ਗਈ। ਮੈਂ ਉਸ ਦੇ ਪਿੱਛੇ ਪਿੱਛੇ ਹਸਪਤਾਲ ਚਲਿਆ ਗਿਆ। ਅੱਗੇ ਜਾ ਕੇ ਦੇਖਿਆ ਤਾਂ ਇੱਕ ਔਰਤ ਬੈੱਡ ਉੱਪਰ ਪਈ ਸੀ
ਤੇ ਨਾਲ ਵਾਲੇ ਬੈੱਡ ਤੇ ਜਾ ਕੇ ਮੇਰੀ ਪਤਨੀ ਪੈ ਗਈ। ਮੈਂ ਇੱਕ ਨਰਸ ਤੋਂ ਪੁੱਛਿਆ ਕਿ ਉੱਥੇ ਕੀ ਹੋ ਰਿਹਾ, ਤਾਂ ਉਸ ਔਰਤ ਨੇ ਦੱਸਿਆ ਕਿ ਇੱਕ ਔਰਤ ਆਪਣੀ ਕਿਡਨੀ ਟ੍ਰਾਂਸਪਲਾਂਟ ਕਰਾਉਣ ਆਈ ਆ ਤੇ ਉਹ ਆਦਮੀ ਇੱਕ ਔਰਤ ਨੂੰ ਹਰ ਰੋਜ਼ ਲੈ ਕੇ ਆਉਂਦਾ ਤੇ ਟੈਸਟ ਕਰਵਾਉਣ ਦੇ ਲਈ। ਇੰਨੇ ਨੂੰ ਡਾਕਟਰ ਆ ਗਿਆ ਤੇ ਮੈਂ ਪਿੱਛੇ ਹਟ ਗਿਆ ਤਾਂ ਕਿ ਉਹ ਅੰਦਰ ਜਾ ਸਕੇ। ਮੈਂ ਸੋਚਾਂ ਵਿੱਚ ਪੈ ਗਿਆ। ਆਰਤੀ ਉਸ ਆਦਮੀ ਦੀ ਪਤਨੀ ਨੂੰ ਆਪਣੀ ਕਿਡਨੀ ਦੇ ਰਹੀ ਸੀ। ਇਹ ਸਭ ਜਾਣ ਕੇ ਮੇਰੇ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਗਿਆ। ਮੇਰੀ ਪਤਨੀ ਮੇਰੀ ਖਾਤਰ ਕਿਸ ਹੱਦ ਤੱਕ ਜਾ ਰਹੀ ਸੀ ਅਤੇ ਮੈਂ ਕੀ ਸੋਚ ਬੈਠਾ ਸੀ। ਕੁਝ ਸਮੇਂ ਬਾਅਦ ਆਰਤੀ ਕਮਰੇ 'ਚੋਂ ਬਾਹਰ ਆਈ। ਮੈਨੂੰ ਸਾਹਮਣੇ ਦੇਖ ਕੇ ਘਬਰਾ ਗਈ। ਮੈਂ ਕਿਹਾ, ਮੈਂ ਸਭ ਕੁਝ ਜਾਣ ਚੁੱਕਿਆ। ਮੈਨੂੰ ਦੇਖ ਕੇ ਉਹ ਰੋਣ ਲੱਗੀ ਤੇ ਕਹਿਣ ਲੱਗੀ, ਹੁਣ ਤੁਸੀਂ ਇਸ ਕੰਮ ਵਿੱਚ ਨਾ ਆਇਓ। ਮੈਂ ਜੋ ਕਰਦੀ ਹਾਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਕਰ ਰਹੀ ਹਾਂ। ਮੈਂ ਇੱਕ ਔਰਤ ਦੀ ਜ਼ਿੰਦਗੀ ਬਚਾਉਣ ਦਾ ਵਾਅਦਾ ਕਰ ਲਿਆ। ਉਹ ਆਦਮੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ। ਆਪਰੇਸ਼ਨ ਤੋਂ ਪਹਿਲਾਂ ਉਹ ਆਪਾਂ ਨੂੰ 5 ਲੱਖ ਦੇਣਗੇ। ਆਰਤੀ ਰੋਂਦੀ ਹੋਈ ਮੇਰੀਆਂ ਮਿੰਨਤਾਂ ਕਰ ਰਹੀ ਸੀ ਤੇ ਮੇਰੇ ਤੋਂ ਇਨਕਾਰ ਨਾ ਹੋਇਆ। ਆਰਤੀ ਨੇ ਆਪਰੇਸ਼ਨ ਕਰਾ ਦਿੱਤਾ ਤੇ ਉਸ ਔਰਤ ਦੀ ਜ਼ਿੰਦਗੀ ਬਚ ਗਈ ਤੇ ਮੇਰੀ ਆਰਤੀ ਵੀ ਠੀਕ ਹੋ ਗਈ।